ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। सत्संग जी सतगुरु गुरु रामदास की कृपा हो रही है। इस वक्त आप सारे कलयुग में है कीर्तन प्रधाना गुरमुख जपी है लाए ध्याना। भावें कलयुग दे विच बहुत कुछ चल रहा पर प्रधानता कीर्तन दी है। तुसी समझ सकते हो गुरुद्वारा साहब जी की कमेटी दे या कि मार्केट कमेटी दे या होर कई संस्थावां दे बहुत सारे मैंबर हुंदे ने, पर जदों मीटिंग रूम विच आपां जाने आ मैंबरां दीयां कुर्सियां एक एक लाइन च लगी होंदियां ते एक विशेष कुर्सी लगी होंदी। पुछिए ये किन्हां दी है? कहंदे जी ये प्रधान साहब दी है। यह जिहड़ा कलयुग दा समा है ना साध संगत जी, इस दे विच प्रधानता कीर्तन दी है। कीर्तन जदों हुंदा है ना
ਤੇ ਮਹਾਰਾਜ ਕਹਿੰਦੇ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ। ਕੀਰਤਨ ਨੂੰ ਕਰਨ ਵਾਲਾ ਕਰੇ ਤੇ ਕੀਰਤਨ ਨੂੰ ਸੁਣਨ ਵਾਲਾ ਧਿਆਨ ਨਾਲ ਸੁਣੇ। ਇੰਨੀ ਕੁ ਬਖਸ਼ਿਸ਼ ਮਿਲਦੀ ਹੈ ਪ੍ਰਧਾਨਤਾ ਦੇ ਨਾਲ, ਇੰਨੀ ਕੁ ਬਖਸ਼ਿਸ਼ ਮਿਲਦੀ ਹੈ। ਕਹਿੰਦੇ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁਖ ਨਿਕਟ ਨਹੀਂ ਆਵੇ। ਸਾਧ ਸੰਗਤ ਜੀ, ਮੈਂ ਵੇਖ ਰਿਹਾ ਸਾਂ ਜਦੋਂ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਬੜੇ ਵਜਦ ਵਿੱਚ ਗਾ ਰਹੇ ਸਨ ਤੇ ਸਾਹਮਣੇ ਮੇਰੀਆਂ ਭੈਣਾਂ ਬੀਬੀਆਂ, ਮੈਂ ਬੜਾ ਹੈਰਾਨ ਸਾਂ ਇਸ ਗੱਲ ਤੋਂ ਕਿ ਬਾਣੀ ਵੀ ਉਹ ਮੁਸ਼ਕਲ ਜਿਹਨੂੰ ਅਸੀਂ ਕਹਿ ਦਿੰਦੇ ਕਿ ਬੜੀ ਮਹਿੰਗੀ ਪੜ੍ਹਦੇ ਸਨ, ਉਹ ਸ਼ਬਦ ਮੈਨੂੰ ਵੀ ਯਾਦ ਨਹੀਂ ਸੀ, ਪਰ ਮੈਂ ਵੇਖ ਰਿਹਾ ਸਾਂ ਮੇਰੀਆਂ ਭੈਣਾਂ ਨੂੰ ਉਹ ਸਾਰੀ ਬਾਣੀ ਆ ਰਹੀ ਸੀ, ਨਾਲ ਨਾਲ ਗਾ ਰਹੇ ਸੀ। ਤੇ ਮੈਂ ਕਹਿੰਦਾ ਸਾਂ ਇਸ ਵੇਲੇ ਨਾ ਜਿਹੜੀਆਂ ਰੂਹਾਂ ਗਾ ਰਹੀਆਂ ਨੇ ਇਸ ਵੇਲੇ ਜਾਂ ਧਿਆਨ ਨਾਲ ਸੁਣ ਰਹੀਆਂ ਨੇ, ਤੇ ਮੈਂ ਕਹਿ ਰਿਹਾ ਸੀ ਇਹ ਇਸ ਵੇਲੇ ਸਾਰੇ ਸੱਚੀ ਮੁੱਚੀ ਦੁੱਖਾਂ ਤੋਂ ਛੁਟਕਾਰਾ ਪਾ ਚੁੱਕੇ ਨੇ ਇਸ ਵੇਲੇ। ਉਹ ਗੱਲ ਵੱਖਰੀ ਹੈ ਵੀ ਆਪਾਂ ਪੌੜੀਆਂ ਉਤਰਾਂਗੇ ਤੇ ਆਪਣੇ ਨੂੰ ਸੋਚਾਂ ਨੇ ਫੇਰ ਘੇਰ ਲੈਣਾ, ਫਿਕਰ ਫੇਰ ਪੈ ਜਾਣੇ ਆ, ਪਰ ਇਹ ਗੱਲ ਪੱਕੀ ਹੈ ਵੀ ਜਦੋਂ ਕੋਈ ਵਜਦ ਵਿੱਚ ਆ ਕੇ ਗਾ ਰਿਹਾ ਹੁੰਦਾ, ਭਾਈ ਸਾਹਿਬ ਵੀ ਐਨ ਮਗਨ ਹੋ ਕੇ ਗਾ ਰਹੇ ਸੀਗੇ ਤੇ ਤੁਸੀਂ ਵੀ ਐਨ ਮਗਨ ਹੋ ਕੇ ਸੁਣ ਰਹੇ ਸੀਗੇ, ਤੇ ਮੈਂ ਮਹਿਸੂਸ ਕਰ ਰਿਹਾ ਸੀ ਕਿ ਇਹ ਹੀ ਉਹ ਵੇਲਾ ਹੈ ਜਿਹਨੂੰ ਬੈਕੁੰਠ ਧਾਮ ਕਹਿੰਦੇ ਨੇ। ਪਤਾ ਜੇ ਬਾਣੀ ਵਿੱਚ ਆਉਂਦਾ ਤਹਾਂ ਬੈਕੁੰਠ, ਤਹਾਂ ਮੈਂ ਨਾ ਉੱਥੇ, ਤਹਾਂ ਬੈਕੁੰਠ, ਉੱਥੇ ਬੈਕੁੰਠ ਬਣ ਜਾਂਦਾ ਕਿੱਥੇ? ਜਹ ਕੀਰਤਨ ਤੇਰਾ। ਤਹਾਂ ਬੈਕੁੰਠ ਜਹ ਕੀਰਤਨ ਤੇਰਾ। ਤੇ ਆਪਾਂ ਸਾਰੇ ਇਸ ਵੇਲੇ ਕਿੱਥੇ ਬੈਠੇ ਆ? ਬੈਕੁੰਠ। ਤੇ ਬੈਕੁੰਠ ਦੇ ਵਿੱਚ ਕੀ ਕੁਝ ਹੁੰਦਾ ਹੈ? ਜਿੱਥੇ ਸਾਧ ਸੰਗਤ ਜੀ ਦੁੱਖ ਨਾ ਹੋਵੇ, ਰੋਗ ਦਾ ਚੇਤਾ ਨਾ ਹੋਵੇ, ਕੋਈ ਸੋਗ ਨਾ ਸਾਡੇ ਲਾਗੇ ਆਵੇ, ਤੇ ਬੰਦਾ ਸੁਰਖਰੂ ਜਿਹਾ ਹੋ ਕੇ ਤੇ ਆਪਣੇ ਸੁਰਤ ਦੇ ਹੁਲਾਰੇ ਲਵੇ, ਤੇ ਇਹਦੇ ਨਾਲੋਂ ਵੱਡਾ ਸੁੱਖ ਕੋਈ ਦੁਨੀਆ ਤੇ ਨਹੀਂ ਹੈ। ਐਸਾ ਸੁੱਖ, ਐਸੀ ਸ਼ਾਂਤੀ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਦਿੱਤੀ ਜਦੋਂ ਲੋਕ ਸਾੜ ਬਲ ਰਹੇ ਸਨ। ਆਪਾਂ ਪੜ੍ਹਦੇ ਹਾਂ ਨਾ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਕਹਿੰਦੇ ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਸੁਰਤ ਜੋੜ ਕੇ ਬੈਠੇ ਸਨ, ਤੇ ਸੁਰਤ ਜੋੜ ਕੇ ਕਹਿੰਦੇ ਅੱਜ ਵੇਖਦੇ ਆ ਸ੍ਰਿਸ਼ਟੀ ਦਾ ਕੀ ਹਾਲ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਦਾ ਧਿਆਨ ਧਰਿਆ ਤੇ ਵੇਖਿਆ ਲੋਕ ਤਾਂ ਬੜੇ ਦੁਖੀ ਨੇ। ਤਾਂ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਘਰ ਨੂੰ ਤਿਆਗ ਕੇ, ਆਪਣੇ ਬੱਚਿਆਂ ਨੂੰ ਤਿਆਗ ਕੇ, ਤੇ ਸਾਧ ਸੰਗਤ ਜੀ ਕੀਰਤਨ ਨੂੰ ਚੁਣਿਆ। ਕਾਹਦੇ ਲਈ? ਆਖਿਆ ਜਿੰਨੀ ਤਪਦੀ ਜਲਦੀ ਸੜਦੀ ਪਈ ਸ੍ਰਿਸ਼ਟੀ ਹੈ ਨਾ, ਇਹਨਾਂ ਨੂੰ ਕੀਰਤਨ ਦੇ ਜਲ ਦਾ ਛੱਟਾ ਮਾਰ ਕੇ ਠੰਡਿਆਂ ਠਾਰ ਕਰਨਾ। ਔਰ ਵਾਕਿਆ ਹੀ ਉਹਨਾਂ ਦੀ ਦਿੱਤੀ ਹੋਈ ਇਹ ਦਾਤ ਸਾਡੇ ਸੜਦੇ ਭੁੱਜਦੇ ਮਨ ਨੂੰ ਸੀਤਲ ਕਰ ਦਿੰਦੀ ਹੈ, ਤੇ ਆਪਾਂ ਸਾਰੇ ਇਸ ਵੇਲੇ ਉਸ ਕੀਰਤਨ ਦੀ ਦਾਤ ਨੂੰ ਪ੍ਰਾਪਤ ਕਰ ਰਹੇ ਹਾਂ। ਅਗਲਾ ਸ਼ਬਦ ਜਿਹੜਾ ਹੁਣ ਦਾਸ ਨੇ ਪੜ੍ਹਨਾ ਉਹਦੇ ਵਿੱਚ ਉਹ ਮੰਗ ਕੀਤੀ ਹੈ, ਇਹ ਗੁਰੂ ਰਾਮਦਾਸ ਭਾਵੇਂ ਕੁਝ ਵੀ ਹੋਵੇ ਸਾਨੂੰ ਆਪਣੀ ਸੰਗਤ ਵਿੱਚੋਂ ਨਾ ਵਿਸਾਰਿਓ। ਕਿਤੇ ਐਸਾ ਨਾ ਸਾਡੀ ਜ਼ਿੰਦਗੀ ਵਿੱਚ ਪਾ ਲਾਵੇ ਵੀ ਅਸੀਂ ਹੋਰ ਤੇ ਸਾਰਾ ਕੁਝ ਕਰ ਸਕਦੇ ਹੋਈਏ ਪਰ ਤੁਹਾਡੀ ਸੰਗਤ ਨਾ ਕਰ ਸਕਦੇ ਹੋਈਏ। ਐਸਾ ਸ਼ਬਦ ਤੁਸੀਂ ਰੋਜ਼ ਪੜ੍ਹਦੇ ਹੋ, ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ। ਸੱਚੇ ਪਾਤਸ਼ਾਹ ਅਸੀਂ ਤੁਹਾਡੀ ਸ਼ਰਨ 'ਚ ਹਮੇਸ਼ਾ ਰਹੀਏ, ਐਸਾ ਇਹ ਸ਼ਬਦ ਹੈ। ਆਓ ਆਪ ਜੀ ਸਰਵਣ ਕਰੋ। ਗੁਰ ਰਾਮਦਾਸ ਰੱਖੋ ਸਰਨਾਈ, ਗੁਰ ਰਾਮਦਾਸ ਰੱਖੋ ਸਰਨਾਈ, ਗੁਰ ਰਾਮਦਾਸ ਰੱਖੋ ਸਰਨਾਈ, ਗੁਰ ਰਾਮਦਾਸ ਰੱਖੋ ਸਰਨਾਈ, ਗੁਰ ਰਾਮਦਾਸ ਰੱਖੋ ਸਰਨਾਈ। ਗੁਰੂ ਰਾਮਦਾਸ
राखो शरणाई। गुरु रामदास राखो शरणाई। एक अरदास पाठ कीरत की, एक अरदास पाठ कीरत की। गुरु रामदास राखो शरणाई। 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 हम गुण भरे एक गुण नाई। हम अवगुण भरे एक गुण नाई। अमृत छाड़ बिखेट खाई। अमृत छाट बिखे बिख खाई। माया मोह परम पे भूले। माया मोह परम पे भूले। सुत तारा सुप्रीत लगाई। सुत दारा से प्रीत लगाई। सुत दारा स्यो प्रीत लगाई। सुत दारा प्रीत लगाई। गुरु रामदास राखो शरणाई। 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 एक उत्तम पंथ सुनियो गुर संगत। एक उत्तम पंथ सुनियो गुर संगत। गुर संगत सुनियो। गुर संगत गुर संगत गुर संगत। उत्तम पंथ सुनियो गुर संगत। मगदा दा 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 नी 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 पा मा पा गा गा मा रे पा गा मा रे दा नी दा नी रे पा मा पा गा मा दा नी दा नी रे पा मा पा गा मा दा नी दा नी दा नी रे रे सा। एक उत्तम पंथ सुनियो गुर संगत। एक उत्तम पंथ सुनियो गुर संगत। सुनियो गुर सुनियो गुर सुनियो। एक उत्तम पंथ सुनियो गुर संगत।
चलो कोई नहीं, जल पानी छकन गए होने मेरे ख्याल। हाँ जी सत्संग जी, एक अरदास आपां किन्नियां करदे हां जी। अपनी लड़ी नहीं टुटदी जो अरदासां करन लगदे आ, ते सारी लड़ी दे विच किते ये जिक्र हुंदा ही नहीं कि महाराज मैं रोज़ गुरुद्वारे आ सकां, मेरी किरपा करके अरदास पूरी करो। असीं कहने तूं अज दस की देना वा, कल दी गल फिर करांगे। हे सच्चे पातशाह, पहला पिछला हिसाब किताब कर, जिहड़ियां मैं इन्नियां अरदासां कीतियां उन्हां चों किहड़ी पूरी कीती है ते गांह की करना वा, अग्गों फिर वेखांगे। असीं ठेके करन लग पैंदे आ, 40 दिन आवांगे महाराज आ काम कर दें ना, 41वें दिन की हो जू, रब नूं भी पता लग जाता है भी ये 40 दिन वाला ही है। वो भी फिर 40 दिन वाली दात दे के तुहानूं आरे ला दिंदा है। वाहिगुरू इत्थे रहो हुण, आखो सतनाम श्री वाहिगुरू। साध संगत जी, सानू ये अरदास करन दी लोड़ नहीं है कि महाराज सानू आ दिओ आ दिओ। जो भट्ट कीरत साहब कहंदे ना, महाराज सानू संगत दिओ। जे असी संगत मंग लई ना, ऐवें जिवें सूरज मंग लिया। जिहड़ा सूरज मंग लैंदा ना, सारे परछावें उहदे पिछे रहिंदे ने, बख्शिशां वाले परछावें। ते जिहड़ा सूरज वल पिठ करके आखे मैं परछावें मंगणे, मैं परछावें फड़ लां, वो जिन्ना परछावां वाले बन्ने भजेगा, परछावां उन्ना ही अगे भजना। अज तक परछावां कदी किसी के हथ नहीं आया। वो किहड़े परछावें हैं? जिस दिन बंदे को पहला माया थोड़ी हुंदी है, वो कहंदा रब्बा पहला होर माया दे, थोड़ा जिहा सौखा कर, मैं फिर नितनेम करूं। तुसीं दसो, जिस दिन माया रब बख्श दिंदा, पहला की हुंदा है? पहला गुरुद्वारे ही आउणों बंदा हटदा, कहंदा की करिए, टाइम नहीं लगता जी, काम बड़ा। साध संगत जी, जेड़े बंदे ने सतसंगत मंग ली, जेड़े बंदे ने हरि दा जस मंग लिया, उन्हें दुनिया भर दियां दौलतां मंग लिया। क्योंकि सतसंगत विच बैठण वास्ते गुरु ग्रंथ साहब जी होका दिंदे ने। कदी नहीं सानू आख्या उत्थे जाके बैठे हो, उत्थे जाके बैठे हो। गुरु ग्रंथ साहब महाराज सच्चे पातशाह कहंदे, तित जाए बहो सतसंगती, जिथे हर का हर नाम बिलोइए। कहंदे उत्थे जाके बह जा जिथे लोग सतसंग करते पे होण, ते ऐवों दा सतसंग करते पे होण जिवें कोई दुध रिड़क रहा, जिवें कोई भैन दुध रिड़क रही है ते वो किन्ने प्यार दे नाल मधाणी नूं फेरदी है ते मक्खण कढ लैंदी है दही विचों। दही रिड़कदी है ते दही विचों मक्खण कढ लैंदी है, मक्खण विचों देसी घिओ कढ लैंदी है। महाराज कहंदे बंदिया, जे किते जाके बहना ते जा सतसंगत विच बया कर, उत्थों सारा ही कुछ मिल जूगा तैनूं। क्यों? जिवें दुध विचों आपां नूं मक्खण नहीं दिखदा, जिवें मक्खण विचों आपां नूं देसी घिओ नहीं दिखदा, पर हुंदा ते विच है ना। इवें साध संगत करन तो पहलां आपां नूं पता नहीं लगदा भी साध संगत दीयां बख्शां की ने, पर हुंदियां ते इहदे विच ही ने। ये तो उन्होंने मिलदियां ने जेड़ा इत्थे आण के बहिंदा है, जेड़ा इहदे विच आण के कोई घाल कमाई करता है। तो आपां नूं अज ये बड़ी वड्डी दात प्राप्त हो रही है। तो इत्थे आण के आपां करना की है? जिन्ने भी प्यार विच आण के सतनाम श्री वाहिगुरू बोलीए, उत्थों गांह साडी गड्डी चलदी है भी सानूं प्राप्ति होनी शुरू होंदी है। तो इसलिए मैं हुण अगे बोलण लगा 2 वार, ते तुसीं प्यार नाल बोल के वेखियो, तुहानूं बहुत शांति मिलेगी। प्यार नाल जपियो, सतनाम वाहिगुरू, सतनाम वाहिगुरू, सारे सतनाम वाहिगुरू, सतनाम वाहिगुरू, सतनाम वाहिगुरू, सतनाम वाहिगुरू, सतनाम
ਐਸੀ ਹੈ ਇਹ ਸਤ ਸੰਗਤ ਦੀ ਮਹਿਮਾ। ਹੁਣ ਜਿਹੜਾ ਮੈਂ ਸ਼ਬਦ ਪੜ੍ਹਨ ਲੱਗਾ ਨਾ ਸਾਧ ਸੰਗਤ ਦੀ, ਸਮਾਂ ਤੇ ਵੈਸੇ ਆਪਣੇ ਕੋਲ ਹੀ ਹੈ, ਪਰ ਫਿਰ ਵੀ ਸਮੇਂ ਦਾ ਆਪਾਂ ਖਿਆਲ ਰੱਖਣਾ ਹੁੰਦਾ। ਆ ਜਿਹੜਾ ਮੈਂ ਸ਼ਬਦ ਪੜ੍ਹਨ ਲੱਗਾ ਇਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਥੇ ਤੁਸੀਂ ਬੈਠੇ ਹੋ ਨਾ ਇਹਦੀ ਮਹਿਮਾ, ਇਹਦੀ ਵਡਿਆਈ ਦੱਸੀ ਹੈ ਵੀ ਇੱਥੇ ਬਹਿਣ ਵਾਲਿਆਂ ਦੀ ਮਹਿਮਾ ਵਡਿਆਈ ਕਿੰਨੀ ਕੁ ਵੱਡੀ ਹੈ। ਲਿਖਿਆ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮਹਿਮਾ ਸਾਧ ਸੰਗਤ ਕਰਨ ਦੀ ਮਹਿਮਾ ਕਿੰਨੀ ਵੱਡੀ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਕੀ ਮਹਿਮਾ ਜੀ? ਕਹਿੰਦੇ ਮੈਲ ਖੋਈ। ਜਿਸ ਤਰ੍ਹਾਂ ਕੋਈ ਆਪਾਂ ਕੱਪੜਾ ਧੋਈਦਾ ਨਾ ਤੇ ਬਾਥਰੂਮ ਵਿੱਚ ਆਪਾਂ ਕੱਪੜਾ ਧੋਈਏ, ਆਪਾਂ ਨੂੰ ਪਤਾ ਲੱਗਣ ਲੱਗ ਪੈਂਦਾ ਵੀ ਉਹ ਮੇਰੇ ਕੱਪੜੇ ਚੋਂ ਮੈਲ ਉਤਰ ਕੇ ਤੁਰੀ ਜਾ ਰਹੀ ਹੈ ਤੇ ਹੁਣ ਮੇਰਾ ਕੱਪੜਾ ਸਾਫ਼ ਹੋਣਾ ਸ਼ੁਰੂ ਹੋ ਗਿਆ। ਸਾਧ ਸੰਗਤ ਜੀ, ਇਹ ਸਾਧ ਸੰਗਤ ਕਰਨ ਦੀ ਮਹਿਮਾ ਇੰਨੀ ਉੱਚੀ ਹੈ। ਮਹਾਰਾਜ ਕਹਿੰਦੇ ਜਦੋਂ ਕੋਈ ਬੰਦਾ ਇਹਦੇ ਵਿੱਚ ਬੈਠਦਾ ਨਾ ਤੇ ਜਦੋਂ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਆਂਦਾ ਤੇ ਐਉਂ ਆ ਜਿਵੇਂ ਮਨ ਸਹਿਜੇ ਸਹਿਜੇ ਪਵਿੱਤਰ ਹੋਣਾ ਸ਼ੁਰੂ ਹੋ ਜਾਏ। ਪਹਿਲਾਂ ਮਨ ਗੰਦਗੀ ਨਾਲ ਲਿਬੜਿਆ ਹੁੰਦਾ ਹੈ, ਪਰ ਸਾਧ ਸੰਗਤ ਦੇ ਸਾਬਣ ਲੱਗਣ ਨਾਲ, ਸਾਧ ਸੰਗਤ ਵਿੱਚ ਬੈਠਣ ਨਾਲ ਉਹਦੇ ਵਿੱਚੋਂ ਸਹਿਜੇ ਸਹਿਜੇ ਮੈਲ ਖੋਈ, ਮੈਲ ਮਨ ਤੋਂ ਉਤਰਨੀ ਸ਼ੁਰੂ ਹੋ ਗਈ। ਕੋਟ ਅਗ ਹਰੇ, ਜਿਹੜਾ ਕਈਆਂ ਜਨਮਾਂ ਦਾ ਸੁੱਕਾ ਪਿਆ ਮਨ ਸੀ ਹਰਿਆ ਹੋਣਾ ਸ਼ੁਰੂ ਹੋ ਜਾਂਦਾ। ਆਖੋ ਸਤਨਾਮ ਸ਼੍ਰੀ। ਮੈਲ ਖੋਈ ਕੋਟ ਅਗ ਹਰੇ, ਅੱਗੋਂ ਕੀ ਮਿਲਿਆ? ਨਿਰਮਲ ਭੈ ਚੀਤਾ। ਨਿਰਮਲ ਮੈਲ ਤੋਂ ਰਹਿਤ। ਸਾਡਾ ਚਿੱਤ ਜਿਹੜਾ ਮੈਲ ਦੇ ਵਿੱਚ ਫਸਿਆ ਹੋਣ ਕਰਕੇ ਨਿਤਨੇਮ ਨਹੀਂ ਕਰਦਾ ਸੀ, ਸੇਵਾ ਸਿਮਰਨ ਵਿੱਚ ਨਹੀਂ ਜੁੜਦਾ ਸੀ, ਉਹ ਸਤ ਸੰਗਤ ਦੀ ਕਿਰਪਾ ਨਾਲ ਉਹ ਹੁਣ ਆਪ ਕਹਿਣ ਲੱਗ ਗਿਆ ਚੱਲ ਚੱਲੀਏ ਗੁਰਦੁਆਰੇ। ਆਖੋ ਸਤਨਾਮ ਸ਼੍ਰੀ। ਨਾਲ ਸਤ ਸੰਗਤ ਦੀ ਮਹਿਮਾ ਦੱਸਦੇ ਐਉਂ ਆ ਜਿਵੇਂ ਕਹਿੰਦੇ ਆਪਾਂ ਕਹੀਏ ਵੀ ਬੰਦਾ ਹੋਵੇ ਪਿੰਗਲਾ, ਲੱਤਾਂ ਤੋਂ ਆਰੀ ਹੋਵੇ, ਕੰਮ ਨਾ ਕਰ ਸਕਦਾ ਹੋਵੇ, ਭੱਜ ਫਿਰ ਨਾ ਸਕਦਾ ਹੋਵੇ, ਤੇ ਆਪਾਂ ਨੂੰ ਕਹਿ ਦਈਏ ਉਹ ਵੇਖ ਸ੍ਰੀਨਗਰ ਦੀਆਂ ਪਹਾੜੀਆਂ ਤੇ ਬਰਫ਼ ਪਈ ਹੈ, ਚੱਲ ਵੇਖਣ ਚੱਲੀਏ। ਉਹ ਕਹੇਗਾ ਮੈਂ ਥੋੜੀ ਜਾ ਸਕਦਾ, ਮੇਰੀਆਂ ਲੱਤਾਂ ਨਹੀਂ ਕੰਮ ਕਰਦੀਆਂ, ਤੁਸੀਂ ਜਾਓ। ਇੱਥੇ ਲਿਖਿਆ ਪਿੰਗਲ ਪਰਬਤ ਪਾਰ ਪਰੇ। ਇੱਥੇ ਬੰਦੇ ਦੀ ਗੱਲ ਨਹੀਂ ਹੋ ਰਹੀ, ਮਨ ਦੀ ਗੱਲ ਹੋ ਰਹੀ ਹੈ। ਪਹਿਲਾਂ ਮਨ ਜਦੋਂ ਗੰਦਗੀ ਵਿੱਚ ਫਸਿਆ ਹੁੰਦਾ ਹੈ ਤੇ ਕੋਈ ਕਵੇ ਨਾ ਚੱਲ ਸਤ ਸੰਗਤ ਕਰ ਲਾ, ਉਹ ਕਹਿੰਦੇ ਜਾਓ ਜਾਓ ਜੀ, ਉਹ ਤੁਹਾਡਾ ਹੀ ਕੰਮ ਹੈ। ਉਹਨੂੰ ਗੁਰਦੁਆਰੇ ਆਉਣ ਲੱਗਿਆ ਹੋਰ ਤਰ੍ਹਾਂ ਹੁੰਦਾ ਹੈ। ਜੇ ਕੋ ਫਲਾਣੇ ਥਾਂ ਤੇ ਰੈਲੀ ਹੈ ਚੱਲ ਚੱਲੀਏ, ਚਲੋ ਚਲੋ। ਜੇ ਇਹਨੂੰ ਕਹੀਏ ਫਲਾਣੇ ਥਾਂ ਤੇ ਫਲਾਣਾ ਪ੍ਰੋਗਰਾਮ ਹੋ ਰਿਹਾ ਚੱਲੀਏ, ਚਲੋ ਚਲੋ। ਪਰ ਸਾਧ ਸੰਗਤ ਵਿੱਚ ਆਉਣ ਲਈ ਮਨ ਪਿੰਗਲਾ ਬਣਿਆ ਪਿਆ, ਤੁਰਦਾ ਹੀ ਨਹੀਂ ਹੈ। ਪਾਤਸ਼ਾਹ ਕਹਿੰਦੇ ਜੇ ਸਾਧ ਸੰਗਤ ਕਿਤੇ ਕਰਨ ਲੱਗ ਪਿਆ ਨਾ ਤੇ ਇਹਦਾ ਪਿੰਗਲਾ ਹੋਇਆ ਮਨ ਛਾਲਾ ਮਾਰ ਉੱਠੇਗਾ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਪਹਾੜੀਆਂ ਨੂੰ ਟੱਪ ਜਾਏਗਾ। ਪਿੰਗਲ ਪਰਬਤ ਪਾਰ ਪਰੇ। ਇਹ ਜਿਹੜੀਆਂ ਪਹਾੜੀਆਂ ਨੇ ਸਾਡੇ ਰਸਤੇ ਵਿੱਚ ਰੁਕਾਵਟਾਂ ਨੇ, ਉਚਾਈਆਂ ਨੇ, ਇਹ ਸਾਧ ਸੰਗਤ ਦੀ ਕਿਰਪਾ ਨਾਲ ਮਨ ਚੜ ਸਕਦਾ ਹੈ। ਪਿੰਗਲ ਪਰਬਤ ਪਾਰ ਪਰੇ। ਅੱਗੇ ਲਿਖਿਆ ਖਾਲ ਚਤੁਰਬ ਕੀਤਾ। ਮੂਰਖ ਤੋਂ ਮੂਰਖ ਬੰਦਾ ਚਤੁਰ ਬਣ ਸਕਦਾ, ਸਿਆਣਾ ਬਣ ਸਕਦਾ ਹੈ ਜੇ ਕੋਈ ਪਿਆਰ ਨਾਲ ਸੰਗਤ ਕਰੇ। ਆਖੋ ਸਤਨਾਮ। ਤੇ ਅੱਗੋਂ ਬਖਸ਼ਿਸ਼ ਵੇਖੋ ਕਿੱਡੀ ਵੱਡੀ ਲਿਖੀ ਹੈ ਸਾਧ ਸੰਗਤ ਦੀ। ਕਹਿਣ ਲੱਗੇ ਅੰਧਲੇ ਤ੍ਰੇ ਭਾਵਨ ਸੁੱਟਿਆ। ਹੁਣ ਕੋਈ ਬੰਦਾ ਹੋਵੇ ਵਿਚਾਰਾ ਅੱਖਾਂ ਤੋਂ ਮਨੱਖਾ ਤੇ ਤੁਸੀਂ ਉਹਨੂੰ ਆਖੋ ਵੀ ਉਹ ਵੇਖ ਕਿੱਡੇ ਸੋਹਣੇ ਫੁੱਲ ਖਿੜੇ ਨੇ, ਉਹ ਕਹੇਗਾ ਭਰਾਵਾ ਮੇਰੇ ਕਿਸ ਕੰਮ ਨੇ, ਤੂੰ ਵੇਖ। ਅਸਲੀਅਤ ਵਿੱਚ ਹੀ ਹੋਈ ਹੈ। ਸਾਡਾ ਮਨ ਜਦੋਂ ਗੁਰਦੁਆਰੇ ਨਹੀਂ ਆਉਂਦਾ ਇਹ ਅੰਨਾ ਹੋ ਚੁੱਕਾ ਹੁੰਦਾ ਮਾਇਆ ਦੀ ਗਫਲਤ ਵਿੱਚ। ਇਹਨੂੰ ਗੁਰਬਾਣੀ ਦੀ ਕੋਈ ਤੁਕ ਨਾਲ ਮਤਲਬ ਨਹੀਂ, ਇਹਨੂੰ ਕਿਸੇ ਸ਼ਬਦ ਨਾਲ ਮਤਲਬ ਨਹੀਂ। ਪਰ ਜਦੋਂ ਕਿਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਕਿਤੇ ਆ ਕੇ ਬਹਿ ਜਾਂਦਾ ਸਤ ਸੰਗਤ ਵਿੱਚ, ਇਹਨੂੰ ਬਾਣੀ ਦੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਦਿਖਣ ਲੱਗ ਪੈਂਦੀਆਂ ਜਿਹੜੀਆਂ ਪਹਿਲਾਂ ਇਹਨੂੰ ਕਦੇ ਵੀ ਨਹੀਂ ਸੀ ਦਿਖਦੀਆਂ। ਬਾਣੀ ਦੇ ਉਹ ਅਰਥ ਇਹਨੂੰ ਨਜ਼ਰ ਆਉਣ ਲੱਗ ਪੈਂਦੇ ਜਿਹੜੇ ਨੇ ਕਿਸੇ ਕਿਤਾਬ ਵਿੱਚ ਨਹੀਂ ਪੜ੍ਹੇ ਹੁੰਦੇ। ਅੰਧਲੇ ਤ੍ਰੇ ਭਾਵਨ ਸੋਝਿਆ। ਐਉਂ ਆ ਜਿਵੇਂ ਕਿਸੇ ਅੰਨੇ ਬੰਦੇ ਨੂੰ ਅੱਖਾਂ ਮਿਲ ਜਾਣ, ਅੱਖਾਂ ਵੀ ਇਹੋ ਜਿਹੀਆਂ ਕਿ ਤਿੰਨਾਂ ਭਾਵਨਾਂ ਦੀ ਸੋਝੀ ਹੋ ਜਾਏ। ਫਿਰ ਤਿੰਨਾਂ ਭਾਵਨਾਂ ਦੀਆਂ ਗੱਲਾਂ ਕਰਨ ਲੱਗ ਪੈਂਦਾ ਬੰਦਾ। ਅੰਧਲੇ ਤ੍ਰੇ ਭਾਵਨ ਸੋਝਿਆ ਗੁਰ ਭੇਟ ਪੁਨੀਤਾ। ਜਦੋਂ ਆ ਕੇ
ਸਾਧ ਸੰਗਤ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਉਂਦਾ ਹੈ, ਇਹਦੇ ਅੰਦਰ ਇੱਕ ਵੱਖਰਾ ਗਿਆਨ ਪ੍ਰਕਾਸ਼ ਹੁੰਦਾ ਹੈ ਜਿਹੜਾ ਆਮ ਬਹੁਤ ਪੜ੍ਹਾਈਆਂ ਤੋਂ ਬਹੁਤ ਉੱਚਾ ਹੁੰਦਾ ਹੈ। ऐसी है महिमा साध संगत दी। आओ आप जी इस शब्द का कीर्तन सरवण करो। महिमा साधु संग की सुनो मेरे नेता, महिमा साधु संग की सुनो मेरे नेता, साधु संग के सुनो मेरे नीता, महिमा साधु संग की सुनो मेरे नेता। मैल खोई कोट अग हरे निर्मल पैचीता, मैल कोई कोट अग हरे निर्मल पैचीता, मैल खोई कोट अग हरे निर्मल पैचीता, मैल कोई कोट अग हरे निर्मल पैचीता। महिमा साधु संग की सुनो मेरे नीता, महिमा साधु संग की सुनो मेरे नीता। पिंगल पर्वत पार परे खल चतुर्भुकीता, पिंगल पर्वत पार परे खल चतुर्भुकीता, अंधुले त्रिभुवन सूजिया गुरभेट पुनीता, अंधुले त्रिभुवन सूजिया गुरभेट पुनीता। सुनो मेरे नीता, 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 सुनो मेरे नीता। महिमा साधु संग की सुनो मेरे नीता, महिमा साधु संग की सुनो मेरे नीता। ऐसी भगत गोविंद की हस्ती जीता, ऐसी भगत गोविंद की हस्ती जीता, जो जो कीनो आपनो किसका पैदान दीता, जो जो कीनो आपनो पैदान दी
मानीता जो जो लाई होए गयो तृण मेर दिखीता श्रम करते दम आज को गणित नीता श्रम करते दम आज को गणित नीता सुनो मेरे मीता 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 संग की सुनो मेरे मीता मेहमान साधु संग की सुनो मेरे मीता कवन वडाई कह सकूं बेअंत गुनीता कवन बड़ाई कह सको बेअंत गुनीता तेरे गुण बहुते मैं एक न जानिया कवन वडाई कह सकूं हो क्या सलाही किरदंत हो क्या सलाही किरदंत हो क्या सलाही किरदंत हो क्या सलाही किरदंत वड्डी तेरी वड्याई 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 वड्डी वड्डी तेरी वड्याई वड्डी तेरी वड्याई ऊंच अपार बेअंत स्वामी ऊंच अपार बेअंत स्वामी ऊंच अपार बेअंत स्वामी ऊंच अपार बेअंत स्वामी कौन जाने गुण तेरे कौन जाने गुण तेरे कौन जाने गुण तेरे कौन जाने गुण तेरे तेरे गुण बहुते मैं एक न जानिया मैं एक न जानिया कवन वडाई कह सकूं बेअंत गुनीता कवन बड़ाई कह सको बेअंत गुनीता कर कृपा मुझे नाम देहो नानक दर सरीता कर कृपा मोहे नाम दे हो नानक दर सरीता सुनो
ਸਤਿ ਸ੍ਰੀ ਅਕਾਲ। ਇੰਨੀ ਵੱਡੀ ਵਡਿਆਈ ਹੈ ਗੁਰੂ ਕੀ ਸੰਗਤ ਕਰਨ ਦੀ। ਤੇ ਅੱਜ ਕੱਲ ਕੀ ਹੋ ਰਿਹਾ, ਦਿਨੋਂ ਦਿਨ ਗੁਰਦੁਆਰੇ ਖਾਲੀ ਹੁੰਦੇ ਜਾ ਰਹੇ ਨੇ। ਕਰੋੜਾਂ ਅਰਬਾਂ ਰੁਪਈਆ ਸਿੱਖ ਕੌਮ ਦਾ ਲੱਗ ਚੁੱਕਾ ਹੈ ਤੇ ਪ੍ਰਧਾਨਾਂ ਨੂੰ ਤਰਲੇ ਕਰਨੇ ਪੈ ਰਹੇ ਨੇ ਕਿ ਆਓ ਜੀ ਗੁਰਦੁਆਰੇ ਆਓ। ਕਿੰਨਾ ਕੁਝ ਉਹਨਾਂ ਨੂੰ ਕਰਨਾ ਪੈਂਦਾ, ਕਦੇ ਜਲੇਬ ਪਾਉਣੇ ਪੈਂਦੇ, ਕਦੇ ਪਕੌੜੇ ਪਾਉਣੇ ਪੈਂਦੇ, ਕਦੇ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ। ਤੇ ਲੋਕ ਗੁਰਦੁਆਰੇ ਆ ਜਾਣ, ਜੇ ਪੁੱਛੀਏ ਇੰਨਾ ਕੰਮ ਕਿਉਂ ਕਰਦੇ ਆ, ਕੀ ਕਰੀਏ ਜੀ, ਲੋਕੀ ਆਉਂਦੇ ਨਹੀਂ। ਤੇ ਮੈਂ ਕਿਹਾ ਫਿਰ ਜੇ ਆ ਹੀ ਮਕਸਦ ਰਿਹਾ ਤੇ ਫਿਰ ਤੇ ਲੋਕਾਂ ਦਾ ਧਿਆਨ ਪਕੌੜਿਆਂ 'ਚ ਹੀ ਰਹਿਣਾ, ਗੱਲ ਤਾਂ ਫੇਰ ਨਾ ਬਣੀ। ਅਸਲੀਅਤ ਵਿੱਚ ਤੇ ਜਿੰਨੀ ਦੇਰ ਤੱਕ ਲੋਕਾਂ ਨੂੰ ਅਸਲ ਚੀਜ਼ ਨਹੀਂ ਮਿਲਦੀ, ਬਈ ਗੁਰਬਾਣੀ ਦੀ ਸੋਝੀ ਨਹੀਂ ਮਿਲਦੀ, ਉਨੀ ਦੇਰ ਤੱਕ ਉਹ ਗੱਲ ਨਹੀਂ ਬਣਨੀ ਜਿਹੜੀ ਬਣਨੀ ਚਾਹੀਦੀ ਹੈ। ਪਹਿਲਾਂ ਵਿਦੇਸ਼ਾਂ ਦੇ ਵਿੱਚ ਚਰਚ ਖਾਲੀ ਹੋ ਗਏ, ਸਿੱਖਾਂ ਨੇ ਬੜੇ ਸ਼ੌਂਕ ਨਾਲ ਚਰਚ ਖਰੀਦੇ, ਅਸੀਂ ਜੀ ਗੁਰਦੁਆਰੇ ਬਣਾ ਦੇਵਾਂਗੇ। ਚਰਚ ਵੇਚਣ ਵਾਲਿਆਂ ਨੇ, ਇਹ ਮਸਕੀਨ ਸਾਹਿਬ ਜੀ ਦਾ ਬਚਨ ਹੈ ਜਿਹੜਾ ਮੈਂ ਤੁਹਾਨੂੰ ਸੁਣਾ ਰਿਹਾ, ਚਰਚ ਵੇਚਣ ਵਾਲਿਆਂ ਨੇ ਚਾਬੀਆਂ ਫੜਾਉਣ ਲੱਗਿਆਂ ਦਾ ਆਖਿਆ, ਉਹ ਸਿੱਖੋ ਸਾਡੇ ਚਰਚ ਤੇ ਤੁਸੀਂ ਖਰੀਦ ਲੈਣੇ, ਮੈਂ ਵੇਖਾਂਗਾ ਤੁਹਾਡੇ ਗੁਰਦੁਆਰੇ ਕੌਣ ਖਰੀਦੇਗਾ। ਇਹ ਗੱਲ ਕਿਸੇ ਨੇ ਉਦੋਂ ਮਹਿਸੂਸ ਨਹੀਂ ਕੀਤੀ। ਉਹਨੇ ਕਿਹਾ ਕੀ ਮਤਲਬ? ਕਹਿਣ ਲੱਗੇ ਅਸੀਂ ਸੱਚ ਲੋਕਾਂ ਨੂੰ ਦੇ ਨਹੀਂ ਸਕੇ, ਸਾਡੇ ਚਰਚ ਖਾਲੀ ਹੋ ਗਏ। ਜੇ ਤੁਸੀਂ ਸੱਚ ਲੋਕਾਂ ਨੂੰ ਦੇ ਨਾ ਸਕੇ, ਤੁਹਾਡੇ ਗੁਰਦੁਆਰੇ ਖਾਲੀ ਹੋ ਜਾਣੇ ਨੇ। ਔਰ ਵਾਕਿਆ ਹੀ ਅੱਜ ਨੌਬਤ ਆ ਗਈ ਹੈ। ਅੱਜ ਸਾਡੇ ਵਿਦੇਸ਼ ਦੀ ਧਰਤੀ ਦੀ ਕੀ ਗੱਲ ਕਰੀਏ, ਦੇਸ਼ ਦੀ ਧਰਤੀ ਦਾ ਹਾਲ ਦੇਖ ਲਓ। ਮਹੀਨੇ ਵਾਲੇ ਦਿਨ ਵੀ ਲੋਕੀ ਕਹਿਣਗੇ ਪ੍ਰਸ਼ਾਦ ਥੋੜਾ ਹੀ ਬਣਾਇਓ, ਸੰਗਤ ਹਿਸਾਬ ਦੀ ਆਉਣੀ ਹੈ। ਤਾਂ ਨਾ ਫਿਰ ਇੰਨਾ ਪੈਸਾ ਕਿਉਂ ਲਾਇਆ? ਮੈਂ ਬਹੁਤ ਸਾਰੇ ਉਹ ਪ੍ਰਧਾਨ ਦੇਖਦਾ ਜਿਹੜੇ ਕਹਿਣਗੇ ਰਾਗੀ ਸਸਤਾ ਕਰਾ ਦਿਓ, ਢਾਡੀ ਸਸਤਾ ਕਰਾ ਦਿਓ, ਖਰਚਾ ਘੱਟ ਹੈ। ਨਾ ਪਕੌੜਿਆਂ ਤੇ ਲਾਉਣ ਨੂੰ ਹੈਗਾ, ਜਲੇਬ ਪਾਉਣ ਨੂੰ ਹੈਗਾ, ਹੋਰ ਕਈ ਤਰ੍ਹਾਂ ਦੇ ਕਰਮ ਕਰਨ ਨੂੰ ਹੈਗਾ। ਤੇ ਲੱਕ ਉਹਨਾਂ ਦਾ ਤੋੜ ਰਹੇ ਨੇ ਜਿਨ੍ਹਾਂ ਨੇ ਆ ਕੇ ਜੋੜਨਾ ਸੀ। ਮੈਂ ਕਹਿੰਦਾ ਪੈਸੇ ਜਿੰਨੇ ਕੋ ਮੰਗਦਾ ਦੇ ਦਿਓ, ਪਰ ਉਹਦੇ ਸਾਹਮਣੇ ਇਹ ਗੱਲ ਕਹੋ ਕਿ ਸਾਨੂੰ ਦੋ ਚਾਰ ਸ਼ਬਦਾਂ ਬਾਰੇ ਸਮਝਾ ਕੇ ਜਾਂ ਬਾਣੀ ਕਹਿ ਕੇ ਰਹੀ, ਆਖੋ ਸਤਨਾਮ ਸ੍ਰੀ। ਤੁਸੀਂ ਇਸ ਤਰ੍ਹਾਂ ਨਾ ਕਰਨਾ। ਜੇ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਸਾਡਾ ਕੰਮ ਚੱਲਣਾ ਨਹੀਂ ਜੇ। ਬਸ ਇਹੋ ਹੀ ਹੋਕਾ ਦੇਣ ਵਾਸਤੇ ਅਸੀਂ ਜਗ੍ਹਾ ਜਗ੍ਹਾ ਜਾ ਰਹੇ ਹਾਂ। ਤੇ ਸਾਰੇ ਹੀ ਆਪਾਂ ਪ੍ਰਚਾਰਕਾਂ ਆਂਢੀ ਗੁਆਂਢੀ ਦਾ ਹਾਲ ਚਾਲ ਪੁੱਛਦੇ ਹੋ ਨਾ, ਆਂਢੀ ਗੁਆਂਢੀ ਨੇ ਵੀ ਪੁੱਛ ਲਿਆ ਕਰੋ, ਤੈਨੂੰ ਬਾਣੀ ਪੜ੍ਹਨੀ ਆਉਂਦੀ ਏ? ਜੇ ਸਿੱਖਣਾ ਚਾਹੁੰਦਾ ਤੇ ਮੈਂ ਸਿਖਾ ਦਾਂ। ਆਂਢੀ ਗੁਆਂਢੀ ਨੂੰ ਦੋ ਚਾਰ ਪੌੜੀਆਂ ਸਿਖਾ ਦਿਆ ਕਰੋ ਜਾਂ ਆਪ ਸਿੱਖ ਲਿਆ ਕਰੋ। ਗੁਰਦੁਆਰਾ ਸਾਹਿਬ ਆ ਕੇ ਬਾਣੀ ਦੀ ਸੰਥਿਆ ਸਾਨੂੰ ਕਰਨੀ ਚਾਹੀਦੀ ਹੈ। ਮਰੂਤੀ ਕਾਰ ਲੈ ਲਈਏ 2 ਲੱਖ ਦੀ, ਉਹ ਅਸੀਂ ਸਿੱਖਣ ਤੋਂ ਬਿਨਾਂ ਨਹੀਂ ਚਲਾਉਂਦੇ, ਪਰ ਬਾਣੀ ਨੂੰ ਅਸੀਂ 2 ਲੱਖ ਤੋਂ ਵੀ ਘੱਟ ਸਮਝ ਲਿਆ। ਅਸੀਂ ਬਿਨਾਂ ਸਿੱਖਣ ਤੋਂ ਪੜ੍ਹੀ ਜਾਂਦੇ ਹਾਂ। ਮੁਬਾਰਕ ਹੈ, ਚਲੋ ਫੇਰ ਵੀ ਪੜ੍ਹਦੇ ਹੋ, ਪਰ ਜੇ ਕਿਤੇ ਸਿੱਖ ਕੇ ਪੜ੍ਹੋ ਨਾ ਤੇ ਬਹੁਤ ਜ਼ਿਆਦਾ ਇਹਦੇ ਵਿੱਚ ਆਨੰਦ ਹੈ। ਸਾਧ ਸੰਗਤ ਜੀ, ਜਦੋਂ ਗੁਰਬਾਣੀ ਪੜ੍ਹੋਗੇ ਨਾ, ਬੀਤ ਜਾਹੈ ਜਨਮ ਅਕਾਜ ਰੇ। ਜੇ ਸਿੱਖੀ ਹੋਈ ਅਰਥ ਆਉਂਦਾ ਹੋਇਆ ਤੇ 2 ਪੰਕਤੀਆਂ ਪੜ੍ਹ ਕੇ ਬੰਦਾ ਆਨੰਦਿਤ ਹੋ ਜਾਏਗਾ ਕਿ ਬਾਣੀ ਮੈਨੂੰ ਕਹਿ ਰਹੀ, ਉਹ ਬੰਦਿਆ ਤੇਰੀ ਉਮਰ ਲੰਘਦੀ ਜਾਂਦੀ ਹੈ, ਤੇਰਾ ਜਨਮ ਬੇਅਰਥ ਤੁਰਿਆ ਜਾਂਦਾ ਹੈ। ਬੀਤ ਜਾਹੈ ਜਨਮ ਅਕਾਜ ਰੇ। ਕਿਉਂ ਬੀਤਦਾ ਜਾਂਦਾ? ਕਹਿਣ ਲੱਗੇ ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨਹੀਂ ਰਿਹਾ ਜਾਣ। ਤੂੰ ਸਮਝਿਆ ਕੱਖ ਨਹੀਂ, ਸੁਣਿਆ ਹੀ। ਉਹ ਜੇ ਕਿਤੇ ਸਮਝ ਲਵੇਂ ਤੇ ਫਿਰ ਤੇਰੀ ਜ਼ਿੰਦਗੀ 'ਚ ਰਸ ਪੈਦਾ ਹੋ ਸਕਦਾ ਹੈ। ਕਿਉਂਕਿ ਅਸੀਂ ਪਾਠ ਬਹੁਤ ਕਰਦੇ ਵੀ ਹਾਂ, ਇਹ ਨਹੀਂ ਥੋੜਾ ਕਰਦੇ। ਕਈ ਸੰਗਤ ਬਹੁਤ ਪਾਠ ਕਰਦੀ ਹੈ, ਪਰ ਪਾਠ ਕਹਿੰਦਾ ਕੀ ਹੈ ਉਹ ਕੰਮ ਨਹੀਂ ਅਸੀਂ ਕਰਦੇ। ਪਾਠ ਕਰਦੇ ਹਾਂ, ਪਰ ਪਾਠ ਕਹਿੰਦਾ ਕੀ ਪਿਆ ਉਹ ਕੰਮ ਨਹੀਂ ਅਸੀਂ ਕਰਦੇ। ਬਾਣੀ ਦੀ ਹਰੇਕ ਤੁਕ ਕਹਿ ਰਹੀ ਹੈ ਬੰਦਿਆ ਤੂੰ ਨਾਮ ਜਪ, ਪਰ ਅਸੀਂ ਨਾਮ ਨਹੀਂ ਜਪਦੇ। ਜੇ ਅਸੀਂ ਨਾਮ ਜਪੀਏ
ਤੇ ਦੁਨੀਆ ਦੇ ਸਾਰੇ ਸੁੱਖ ਦੁਨਿਆਵੀ ਵੀ ਤੇ ਆਤਮਾ ਅੰਦਰ ਆਤਮਾ ਵਾਲੇ ਵੀ ਸਾਨੂੰ ਪ੍ਰਾਪਤ ਹੋ ਸਕਦੇ ਨੇ। ਅਸੀਂ ਸੁਖਮਣੀ ਸਾਹਿਬ ਦਾ ਪਾਠ ਹੀ ਕਈ ਵਾਰੀ ਇਸ ਕਰਕੇ ਰਖਾਉਂਦੇ ਆ ਸਾਨੂੰ ਸੁੱਖ ਮਿਲ ਜਾਣ, ਪਰ ਸੁਖਮਣੀ ਸਾਹਿਬ ਦੀਆਂ ਪਹਿਲੀਆਂ ਤੁਕਾਂ ਹੀ ਇਹ ਗੱਲ ਕਹਿ ਰਹੀਆਂ ਹੁੰਦੀਆਂ, ਬੰਦਿਆ ਜੇ ਸੁੱਖ ਚਾਹੀਦੇ ਹੀ ਨਾ ਸਿਮਰੋ ਸਿਮਰ ਸਿਮਰ ਸੁਖ ਪਾਵੋ। ਉਹ ਸਿਮਰਨ ਕਰ, ਸਿਮਰਨ ਕਰੇਗਾ ਤੇ ਸੁੱਖ ਤੈਨੂੰ ਜ਼ਰੂਰ ਮਿਲਣਗੇ। ਇਸ ਲਈ ਹੁਣ ਫੇਰ ਇੱਕ ਵਾਰੀ ਆਖੋ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲਈ। ਜੇ ਤੈਨੂੰ ਸੁੱਖ ਚਾਹੀਦੇ ਆ ਤੇ ਸਰਨ ਤੈਨੂੰ ਰਾਮ ਦੀ ਪੈਣਾ ਹੀ ਪੈਣਾ ਹੈ। ਤੈਨੂੰ ਸਰਨ ਰਾਮ ਦੀ ਪੈਣ ਤੋਂ ਬਿਨਾ ਸੁੱਖ ਮਿਲ ਨਹੀਂ ਸਕਦੇ, ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਰਕੇ ਸਾਧ ਸੰਗਤ ਜੀ ਆਪਣਾ ਇੱਥੇ ਬੈਠਿਆ ਤਾਂ ਸਫਲਾ ਹੋਣਾ ਹੈ ਜੇ ਆਪਾਂ ਮਨ ਵਿੱਚ ਇਹ ਅੱਜ ਤੋਂ ਗੰਢ ਮੰਨ ਲਈਏ ਵੀ ਜਦੋਂ ਵੀ ਅਸੀਂ ਸੁੱਤੇ ਉੱਠਣਾ ਨਾ ਘੱਟ ਤੋਂ ਘੱਟ 5 ਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਇੰਨੀ ਵਾਰ ਵਾਹਿਗੁਰੂ ਕਹਿਣ ਤੋਂ ਬਾਅਦ ਇੱਕ ਗੱਲ ਜ਼ਰੂਰ ਆਖਣੀ, ਮਹਾਰਾਜ ਤੁਹਾਡਾ ਧੰਨਵਾਦ ਮੇਰੀ ਰਾਤ ਲੰਘ ਗਈ ਹੈ। ਕਿਉਂਕਿ ਦਿਨ ਵੇਲੇ ਤੇ ਆਪਾਂ ਕਹਿੰਦੇ ਆਹ ਕੰਮ ਮੈਂ ਕਰਦਾ, ਆਹ ਕੰਮ ਮੈਂ ਕਰਦਾ, ਆਹ ਕੰਮ ਮੈਂ ਕਰਦਾ। ਹੁਣ ਰਾਤ ਨੂੰ ਤੇ ਆਪਾਂ ਕੰਮ ਕੋਈ ਨਹੀਂ ਕਰਦੇ, ਫਿਰ ਰਾਤ ਨੂੰ ਸਾਹ ਕੌਣ ਲੈ ਰਿਹਾ ਹੁੰਦਾ ਹੈ? ਰਾਤ ਨੂੰ ਤੇ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਮੇਰਾ ਬੈਂਕ ਅਕਾਊਂਟ ਕੀ ਹੈ, ਮੇਰੇ ਘਰ ਵਿੱਚ ਗੱਡੀ ਕਿਹੜੀ ਹੈ, ਮੈਂ ਸੁੱਤਾ ਕਿੱਥੇ ਹਾਂ। ਸਾਹ ਕੌਣ ਲੈ ਰਿਹਾ ਹੁੰਦਾ? ਉਦੋਂ ਰੱਬ ਸਾਹ ਦਵਾ ਰਿਹਾ ਹੁੰਦਾ ਸਾਨੂੰ। ਤੇ ਉਹ ਇਹ ਗੱਲ ਕਹਿਣੀ ਹੈ ਸਵੇਰੇ ਉੱਠ ਕੇ, ਮਹਾਰਾਜ ਤੂੰ ਸਾਰੀ ਰਾਤ ਮੇਰੀ ਪ੍ਰਤਪਾਲਣਾ ਕੀਤੀ ਏ ਤੇ ਪਾਤਸ਼ਾਹ ਤੁਹਾਡਾ ਧੰਨਵਾਦ ਹੈ, ਹੁਣ ਤੁਸੀਂ ਮੈਨੂੰ ਦਿਨ ਬਖਸ਼ਿਆ। ਇਹ ਮਹਾਰਾਜ ਦਾ ਧੰਨਵਾਦ ਕਰਨਾ ਸਾਰਾ ਉੱਠ ਕੇ ਸਵੇਰੇ। ਤੇ ਰਾਤ ਨੂੰ ਸੌਣ ਲੱਗਿਆਂ ਭੁੱਲਣਾ ਨਹੀਂ। ਸੌਣ ਤੋਂ ਪਹਿਲਾਂ ਜਿਨ੍ਹਾਂ ਨੂੰ ਸੋਲਾ ਸਾਹਿਬ ਦੀ ਬਾਣੀ ਆਉਂਦੀ ਹੈ, ਜਿਹੜੇ ਅੰਮ੍ਰਿਤ ਛਕੇ ਨੇ, ਉਹਨਾਂ ਸਾਰਿਆਂ ਨੂੰ ਇਹ ਗੱਲ ਪੱਕੀ ਕਰ ਲੈਣੀ ਚਾਹੀਦੀ ਏ ਵੀ ਦਿਨ ਜਿਹੜਾ ਉਹ ਨਿਤਨੇਮ ਤੋਂ ਬਿਨਾਂ ਨਾ ਲੰਘੇ। ਦਿਨੇ ਨਿਤਨੇਮ ਪੂਰਾ ਹੋਵੇ, ਰਾਤ ਨੂੰ ਸੌਣ ਲੱਗਿਆਂ ਸੋਲਾ ਸਾਹਿਬ ਦਾ ਪਾਠ ਹੋਵੇ। ਤੁਸੀਂ ਦਿਨ ਕੁਝ ਦਿਨਾਂ ਵਿੱਚ ਹੀ ਦੇਖੋਗੇ ਤੁਹਾਡੇ ਮਨ ਵਿੱਚ ਖੁਸ਼ੀਆਂ ਖੇੜਿਆਂ ਦੀ ਬਹਾਰ ਆ ਜਾਏਗੀ, ਤੁਹਾਡੇ ਲਾਗੇ ਦੁੱਖ ਨਹੀਂ ਆ ਸਕਦਾ। ਇਹ ਕੰਮ ਕਰਨਾ ਆਪਾਂ ਸਾਰਿਆਂ ਨੇ। ਇਸ ਕੰਮ ਕਰਨ ਵਾਸਤੇ ਨਿਸ਼ਕਾਮ ਕੀਰਤਨ ਕੌਂਸਲ ਦਾ ਗਠਨ ਕੀਤਾ ਗਿਆ ਕਿ ਚੱਲ ਉਹ ਜਾਣੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਸੰਗਤ ਨੇ ਸਾਨੂੰ ਜਿੰਨਾ ਕੁ ਚਾਹੀਦਾ ਸੀ ਉਹ ਤੋਂ ਜ਼ਿਆਦਾ ਦੇ ਛੱਡਿਆ, ਤੇ ਚਲੋ ਹੁਣ ਜਿੰਨਾ ਹੋ ਸਕਦਾ ਹੈ ਅਕਾਲ ਚੈਨਲ ਵਾਲੇ ਵੀਰਾਂ ਨੂੰ ਆਵਾਜ਼ ਮਾਰੀ, ਆਓ ਇਕੱਠੇ ਹੋ ਕੇ ਬਾਣੀ ਦਾ ਹੋਕਾ ਦੇਣ ਚੱਲੀਏ। ਕਿਉਂਕਿ ਅੱਗਾ ਨੇੜੇ ਆਇਆ, ਪਿੱਛਾ ਰਿਹਾ ਦੂਰ। ਜਦੋਂ ਪਤਾ ਲੱਗ ਜਾਏ ਉਦੋਂ ਹੀ ਸਵੇਰਾ ਹੈ। ਸੋ ਇਸ ਲਈ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਆਉਣ ਦਾ ਮਤਲਬ ਇਹੋ ਹੀ ਹੈ, ਜੋ ਗੁਰ ਕਹੈ ਸੋਈ ਭਲ ਮਾਨੋ। ਇਹ ਨਹੀਂ ਵੀ ਮੈਂ ਗੁਰਦੁਆਰੇ ਬੜਾ ਜਾਣਾ, ਮੈਂ ਗੁਰਦੁਆਰੇ ਬੜਾ ਜਾਣਾ, ਨਹੀਂ। ਅਸੀਂ ਗੁਰੂ ਦੀ ਗੱਲ ਨੂੰ ਮੰਨਦੇ ਕਿੰਨਾ ਕਹੇ। ਜੇ ਕਿਤੇ ਮੰਨ ਲਾਂਗੇ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਦੁਨੀਆ ਤੋਂ ਵੱਖਰਾ ਹੀ ਕੰਮ ਹੋ ਜਾਏਗਾ। ਜੇ ਇੰਨਾ ਕੁ ਕੰਮ ਆਪਾਂ ਕਰ ਲਈਏ, ਕੋਈ ਬਹੁਤ ਔਖਾ ਕੰਮ ਨਹੀਂ ਆਪ ਜੀ ਨੂੰ ਦਾਸ ਬੇਨਤੀ ਕਰ ਰਿਹਾ।
ਸੌਖਾ ਕਹਿ ਰਿਹਾ 5 ਵਾਰੀ ਵਾਹਿਗੁਰੂ ਸਵੇਰੇ 5 ਵਾਰੀ ਸੌਣ ਲੱਗੇ ਆਖੋਗੇ ਤੇ ਸਾਰੇ ਦਿਨ ਚ ਵਾਰ-ਵਾਰ ਤੁਹਾਡਾ ਦਿਲ ਕਰੂਗਾ ਮੈਂ ਰੋਟੀ ਖਾਣ ਲੱਗਾ ਅੱਖਾਂ ਸਤਨਾਮ ਸ੍ਰੀ, ਮੈਂ ਕਿਤੇ ਗੱਡੀ ਚਲਾਉਣ ਲੱਗਾ ਤੇ ਅੱਖਾਂ ਸਤਨਾਮ ਸ੍ਰੀ ਵਾਹਿਗੁਰੂ। ਇਹ ਨਿਤਾਂ ਪ੍ਰਤ ਵਿੱਚ ਤੁਹਾਡੇ ਆ ਗਿਆ ਨਾ ਤੇ ਬੜੀਆਂ ਦਾਤਾਂ ਤੁਹਾਨੂੰ ਮਿਲ ਜਾਣੀਆਂ। ਆਓ ਇੱਕ ਸ਼ਬਦ ਪੜ੍ਹ ਕੇ ਫਿਰ ਮੈਂ ਸਮਾਪਤੀ ਕਰਦਾ। ਉਹ ਸ਼ਬਦ ਕੀ ਹੈ? ਪ੍ਰਤ ਭਾਲੈ ਨਿਤ ਸਾਰ ਸੰਭਾਲੇ। ਅਸੀਂ ਤਾਂ ਭਾਵੇਂ ਨਹੀਂ ਯਾਦ ਕਰਦੇ ਉਹਨੂੰ, ਪਰ ਉਸ ਦਾਤਾਂ ਫਿਰ ਵੀ ਸਾਨੂੰ ਦੇ ਹੀ ਰਿਹਾ। ਉਹਨੇ ਦਾਤਾਂ ਦੇਣੀਆਂ ਬੰਦ ਨਹੀਂ ਕੀਤੀਆਂ, ਉਹਨੇ ਸੁੱਖ ਦੇਣੇ ਬੰਦ ਨਹੀਂ ਕੀਤੇ। ਪ੍ਰਤ ਪਾਲੈ ਨਿਤ ਸਾਰ ਸੰਭਾਲੇ। ਤੇ ਸਾਡੇ ਵਰਗਿਆਂ ਨੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਅਸੀਂ ਇੱਕ ਵੀ ਗੁਣ ਨੂੰ ਉਹਦੇ ਨੂੰ ਜਾਣਿਆ ਨਹੀਂ ਕਿ ਉਹਨੇ ਕਿੰਨਾ ਕੁਝ ਸਾਨੂੰ ਅਮੁੱਲਾ ਦਿੱਤਾ ਹੈ। ਸਾਡੀ ਨਿਗਾਹ ਘਟ ਜਾਏ ਸਾਨੂੰ ਪਤਾ ਲੱਗ ਜਾਂਦਾ ਸਾਡੀ ਨਿਗਾਹ ਦੀ ਵੈਲਿਊ ਕਿੰਨੀ ਹੈ। ਉਹਨੇ ਫ੍ਰੀ 'ਚ ਦੇ ਕੇ ਰੱਖੀ ਸਾਨੂੰ ਦਾਤ। ਸਾਡੇ ਕੰਨਾਂ ਦੀ ਸੁਣਨ ਸ਼ਕਤੀ ਘਟ ਜਾਏ ਸਾਨੂੰ ਪਤਾ ਲੱਗ ਜਾਂਦਾ ਇਹਦੀ ਵੈਲਿਊ ਕਿੰਨੀ ਹੈ। ਅਸੀਂ ਇੰਨਾ ਅਮੁੱਲਾ ਸਭ ਕੁਝ ਲੈ ਕੇ ਤੇ ਫਿਰ ਵੀ ਨਾਮ ਨਾ ਜਪੀਏ ਤੇ ਮਾੜੀ ਗੱਲ ਹੈ। ਸੋ ਇਹ ਜਪਣਾ ਹੈ, ਇਹ ਹੋਕਾ ਦੇਣ ਵਾਸਤੇ ਅਸੀਂ ਸਾਰੇ ਆਪ ਸੰਗਤਾਂ ਦੇ ਸਨਮੁਖ ਹੋਏ ਹਾਂ। ਹੁਣ ਮੈਨੂੰ ਲੱਗਦਾ ਵੀ ਮੈਨੂੰ ਸ਼ਬਦ ਨਾ ਹੀ ਪੜ੍ਹਾਂ ਭਾਵੇਂ, ਜਿਸ ਤਰ੍ਹਾਂ ਤੁਸੀਂ ਹਿੱਲਣ ਲੱਗ ਪਏ ਹੋ ਨਾ। ਜੇ ਕਹੋ ਤੇ ਫਿਰ ਆਪਾਂ ਪੜ੍ਹ ਦਿੰਦੇ, ਨਹੀਂ ਤੇ ਫਿਰ ਸਮਾਪਤੀ ਵੀ ਕਰ ਸਕਦੇ ਹਾਂ। ਤੇ ਇੱਕ ਸ਼ਬਦ 5 ਮਿੰਟ ਦਾ ਪੜ੍ਹਦੇ, ਫਿਰ ਜੇ ਕੋਈ ਸਰੀਰਕ ਮੁਸ਼ਕਿਲ ਹੈ ਤਾਂ ਉਹ ਭਾਵੇਂ ਉੱਠ ਜਿਓ, ਪਰ 5-7 ਮਿੰਟਾਂ 'ਚ ਮੈਂ ਸਮਾਪਤੀ ਕਰੂੰਗਾ। ਪਰ ਅਰਦਾਸ ਸੁਣ ਕੇ ਜਾਣਾ। ਤੇ ਨਾਲੇ ਕੱਲ੍ਹ ਨੂੰ ਗੁਰਦੁਆਰਾ ਬਾਲਾ ਪ੍ਰੀਤਮ ਜੀ ਵਿਖੇ ਤ੍ਰਿਕੂਟਾ ਨਗਰ ਵਿਖੇ ਜ਼ਰੂਰ ਸਮਾਂ ਕੱਢਿਓ, ਸਤਿਗੁਰੂ ਕਿਰਪਾ ਕਰਨ। ਕੱਲ੍ਹ ਨੂੰ ਵੀ ਫਿਰ ਇਹਨਾਂ ਸਾਰੇ ਜਥਿਆਂ ਨੇ ਆਪ ਜੀ ਨੂੰ ਬਾਣੀ ਦੇ ਨਾਲ ਨਿਹਾਲ ਕਰਨਾ। ਤੇ ਦਿੱਲੀ ਤੋਂ ਜਿਹੜੀ ਟੀਮ ਆਈ ਹੈ ਡਾਕਟਰਾਂ ਦੀ, ਉਹ ਬਿਨਾਂ ਪੈਸਿਆਂ ਤੋਂ ਤੇ ਬਿਨਾਂ ਦਵਾਈ ਤੋਂ ਇਲਾਜ ਕਰ ਰਹੇ ਨੇ। ਬਹੁਤ ਫਾਇਦਾ ਹੈ। ਇਹ ਫਾਇਦਾ ਉਹਨਾਂ ਨੇ ਰਾਤੀ ਮੁੜ ਜਾਣਾ, ਕੱਲ੍ਹ ਫਿਰ ਹੋਣਾ ਨਹੀਂ ਇੱਥੇ। ਤੇ ਉਹਨਾਂ ਕੋਲੋਂ ਥੋੜ੍ਹਾ ਬਹੁਤਾ ਆਪ ਜੀ ਲਾਹਾ ਪ੍ਰਾਪਤ ਕਰਕੇ ਜਾਇਓ। ਮਿੰਟਾਂ ਸਕਿੰਟਾਂ 'ਚ ਹੀ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਵਾਕਿਆ ਹੀ ਡਾਕਟਰ ਸਾਹਿਬ ਦੇ ਹੱਥਾਂ 'ਚ ਸ਼ਫਾ ਹੈਗੀ ਹੈ। ਬੀਬੀਆਂ ਭੈਣਾਂ ਵੀ ਆਈਆਂ ਨੇ ਨਾਲ, ਡਾਕਟਰ ਸਾਹਿਬ ਵੀ ਆਏ ਨੇ ਟੀਮ ਲੈ ਕੇ। ਆਪ ਜੀ ਜ਼ਰੂਰ ਆਪਣਾ ਚੈੱਕਅਪ ਕਰਾ ਕੇ ਜਾਇਓ, ਇਹ ਬੜਾ ਜ਼ਰੂਰੀ ਹੈ। ਸਰੀਰ ਠੀਕ ਹੈ ਤੇ ਸਾਰਾ ਕੁਝ ਚੰਗਾ ਹੈ। ਆਓ ਸ਼ਬਦ ਸਰਵਣ ਕਰੋ। ਪ੍ਰਤ ਪਾਲੈ ਨਿਤ ਸਾਰ ਸੰਭਾਲੇ। ਅਰਦਾਸ ਕਰੀਏ ਰਲ ਕੇ। ਪ੍ਰਤ ਪਾਲੈ ਨਿਤ ਸਾਰ ਸੰਭਾਲੇ। ਪ੍ਰਤ ਪਾਲੈ ਨਿਤ ਸਾਰ ਸੰਭਾਲੇ। ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਪ੍ਰਤ ਪਾਲੈ ਨਿਤ ਸਾਰ ਸੰਭਾਲੇ। ਪ੍ਰਤ ਪਾਲੈ ਨਿਤ ਸਾਰ ਸੰਭਾਲੇ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ। ਸਰਬ ਜੀਆਂ ਕਾ ਦਾਤਾ ਰੇ। ਸਰਬ ਜੀਆਂ ਕਾ ਦਾਤਾ ਰੇ। ਪ੍ਰਤ ਪਾਲੈ ਨਿਤ ਸਾਰ ਸੰਭਾਲੇ। ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਪ੍ਰਤ ਪਾਲੈ ਨਿਤ ਸਾਰ ਸੰਭਾਲੇ।
ਭਰਪੂਰੀ ਦੇਖਤ ਸੁਣਤ ਸਦਾ ਹੈ ਸੰਗੇ ਦੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਮੈਂ ਮੂਰਖ ਜਾਣਿਆ ਦੂਰੀ ਰੇ ਪਤ ਪਾਲੈ ਨਿਸਾਰ ਸਵਾਰ ਪਤ ਪਾਲੈ ਨਿਸਾਰ ਸਵਾਰ ਹਰ ਬੇਅੰਤ ਅਮਿਤ ਕਰਵਰ ਕਿਆ ਜਾਣਾ ਹੋਏ ਕੈਸੋ ਰੇ ਕਿਆ ਜਾਣਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਉਪਦੇਸੋ ਰੇ ਮੈਂ ਮੂਰਖ ਦੇ ਉਪਦੇਸੋ ਰੇ ਪਤ ਪਾਲੈ ਨਿਤ ਸਾਰ ਸਮਾਲ ਪਤ ਪਾਲੈ ਨਿਸਾਰ ਸਮਾਲ ਇੱਕ ਗੁਣ ਨਹੀਂ ਰਖ ਜਾਤਾ ਰੇ ਗੁਣ ਨਹੀਂ ਹੋ ਰਖ ਜਾਤਾ ਰੇ ਇੱਕ ਗੁਣ ਨਹੀਂ ਮੂਰਖ ਤਾਰੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਪ੍ਰਤ ਪਾਲੈ ਨਿਸਾਰ
ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।